हाँ जी स्टूडेंट्स, ਅੱਜ ਨੈਕਸਟ ਟੌਪਿਕ ਆਪਾਂ ਡਿਸਕਸ ਕਰਾਂਗੇ ਹਾਈਡਰੋਜਨ ਬੌਂਡ। ਦੋ ਤਰ੍ਹਾਂ ਦੇ ਬੌਂਡ ਤੁਸੀਂ ਪਹਿਲਾਂ ਡਿਸਕਸ ਕਰ ਚੁੱਕੇ ਆ, ਇੱਕ ਕੋਵੈਲੈਂਟ ਬੌਂਡ ਤੇ ਇੱਕ ਆਇਨਿਕ ਬੌਂਡ। ਵੈਸੇ ਕੈਮੀਕਲ ਬੌਂਡ ਉਹ ਦੋ ਤਰ੍ਹਾਂ ਦੇ ਹੁੰਦੇ ਆ, ਬਟ ਅੱਜ ਇੱਕ ਨੈਕਸਟ ਹੋਰ ਤੀਜਾ ਬੌਂਡ ਆਪਾਂ ਜਿਹੜਾ ਹੈ ਇਹ ਡਿਸਕਸ ਕਰਾਂਗੇ। ਕੈਮੀਕਲ ਬੌਂਡ ਤਾਂ ਨਹੀਂ ਹੁੰਦਾ ਇਹ ਸਿਰਫ ਅਟਰੈਕਸ਼ਨ ਦੇ ਨਾਲੇ ਬੌਂਡ ਬਣਦਾ ਹੈ। ਇਸ ਨੂੰ ਹਾਈਡਰੋਜਨ ਬੌਂਡ ਦਾ ਨਾਮ ਦਿੱਤਾ ਜਾਂਦਾ ਹੈ। ਲਿਖਿਆ ਹੋਇਆ ਪਹਿਲਾਂ ਇਹਦੀ ਡੈਫੀਨੇਸ਼ਨ, the attractive force which binds the hydrogen atom of one molecule with electronegative element of another molecule is known as hydrogen bond। ਉਹ ਅਟਰੈਕਟਿਵ ਫੋਰਸ ਜਿਹੜੀ ਕਿਸੇ ਇੱਕ ਮੋਲੀਕਿਊਲ ਦੇ ਹਾਈਡਰੋਜਨ ਐਟਮ ਨੂੰ ਕਿਸੇ ਦੂਜੇ ਮੋਲੀਕਿਊਲ ਦੇ ਇਲੈਕਟ੍ਰੋਨੈਗੇਟਿਵ ਐਲੀਮੈਂਟ ਦੇ ਨਾਲ ਆਪਸ 'ਚ ਬੰਨ੍ਹ ਕੇ ਰੱਖਦੀ ਹੈ, ਉਸ ਅਟਰੈਕਟਿਵ ਫੋਰਸ ਨੂੰ ਹਾਈਡਰੋਜਨ ਬੌਂਡ ਦਾ ਨਾਮ ਦਿੱਤਾ ਜਾਂਦਾ ਹੈ। ਐਗਜ਼ਾਮਪਲ ਦੇ ਨਾਲ ਸਮਝਾਂਗੇ ਇਹ ਆਪਾਂ। ਫॉर ਐਗਜ਼ਾਮਪਲ, ਇਨ ਕੇਸ ਆਫ HF ਮੋਲੀਕਿਊਲ, ਹਾਈਡਰੋਜਨ ਫਲੋਰਾਈਡ ਮੋਲੀਕਿਊਲ, ਦਾ ਹਾਈਡਰੋਜਨ ਬੌਂਡ ਫਾਰਮਸ ਐਜ਼, ਇੱਕ HF ਮੋਲੀਕਿਊਲ ਹੈ, ਦੂਜਾ HF, ਤੀਜਾ HF, ਚੌਥਾ, 5 ਇਸ ਤਰ੍ਹਾਂ ਅਲੱਗ-ਅਲੱਗ ਜਿਹੜੇ HF ਮੋਲੀਕਿਊਲਸ ਲੈ ਲਏ। ਇੱਕ ਮੋਲੀਕਿਊਲ HF ਦਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਫਲੋਰੀਨ ਅਤੇ ਦੂਜਾ HF ਮੋਲੀਕਿਊਲ ਦਾ ਹਾਈਡਰੋਜਨ। ਇਹਨਾਂ 'ਚ ਦੂਰੋਂ ਹੀ ਆਪਸ 'ਚ ਅਟਰੈਕਸ਼ਨ ਜਿਹੜੀ ਹੈ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਅਟਰੈਕਸ਼ਨ ਦੇ ਨਾਲ ਇਹਨਾਂ 'ਚ ਇੱਕ ਬੌਂਡ ਜਿਹੜਾ ਐਸਟੈਬਲਿਸ਼ ਹੋ ਜਾਂਦਾ ਹੈ। ਇਸ ਬੌਂਡ ਨੂੰ ਹਾਈਡਰੋਜਨ ਬੌਂਡ ਦਾ ਨਾਮ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਇਹਦਾ ਫਲੋਰੀਨ, ਨੈਕਸਟ ਦੂਜੇ ਮੋਲੀਕਿਊਲ ਦਾ ਹਾਈਡਰੋਜਨ, ਮਤਲਬ ਇੱਕ ਹੀ ਮੋਲੀਕਿਊਲ 'ਚ ਇਹ ਬੌਂਡ ਨਹੀਂ ਬਣਦਾ, ਦੋ ਮੋਲੀਕਿਊਲਸ ਹੋਣੇ ਚਾਹੀਦੇ ਆ ਅਤੇ ਉਹਨਾਂ ਦੋਨਾਂ ਮੋਲੀਕਿਊਲਸ ਦੇ ਵਿੱਚ ਇੱਕ ਹਾਈਡਰੋਜਨ, ਇੱਕ ਦੇ ਕੋਲ ਹਾਈਡਰੋਜਨ ਹੋਣੀ ਜ਼ਰੂਰੀ ਹੈ ਅਤੇ ਦੂਜੇ ਦੇ ਕੋਲ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੋਣਾ ਜ਼ਰੂਰੀ ਹੈ, ਤਾਂ ਇਹ ਬੌਂਡ ਫਾਰਮੇਸ਼ਨ ਹੋ ਸਕਦੀ ਹੈ। ਸੋ ਫਿਰ ਡੈਫੀਨੇਸ਼ਨ ਉਸੇ ਤਰ੍ਹਾਂ, ਦਾ ਅਟਰੈਕਟਿਵ ਫੋਰਸ ਵਿਚ ਬਾਈਂਡਸ ਦਾ ਹਾਈਡਰੋਜਨ ਐਟਮ ਆਫ ਵਨ ਮੋਲੀਕਿਊਲ, ਇੱਕ ਮੋਲੀਕਿਊਲ ਦਾ ਹਾਈਡਰੋਜਨ ਐਟਮ ਵਿਦ ਇਲੈਕਟ੍ਰੋਨੈਗੇਟਿਵ ਐਲੀਮੈਂਟ ਆਫ ਅਨਦਰ ਮੋਲੀਕਿਊਲ, ਦੂਜੇ ਮੋਲੀਕਿਊਲ ਦਾ ਇਲੈਕਟ੍ਰੋਨੈਗੇਟਿਵ ਐਲੀਮੈਂਟ। ਇਹਨਾਂ 'ਚ ਆਪਸ 'ਚ ਅਟਰੈਕਟਿਵ ਫੋਰਸ ਜਿਹੜੀ ਹੁੰਦੀ ਹੈ ਉਸ ਦੇ ਨਾਲ ਹਾਈਡਰੋਜਨ ਬੌਂਡ ਬਣਦਾ ਹੈ। ਆ ਸਾਰੇ ਡਾਟਡ ਲਾਈਨਸ ਜਿਹੜੀਆਂ ਨੇ ਇਹ ਹਾਈਡਰੋਜਨ ਬੌਂਡ ਬਣੇ ਹੋਏ ਆ, ਅਤੇ ਆ ਜਿਹੜੀ ਆ ਸੋਲਿਡ ਲਾਈਨ ਹੈ ਇੱਕ ਇੱਕ ਗੱਭੇ ਦੱਸੀ ਹੋਈ ਹੈ, ਇਹਨਾਂ ਦੇ ਵਿੱਚ ਇਹ ਕੋਵੈਲੈਂਟ ਬੌਂਡ ਹੁੰਦਾ ਹੈ। ਲਿਖਿਆ ਵੀ ਹੋਇਆ, ਇਨ ਦਿਸ ਸਟਰਕਚਰ the solid lines represents the covalent bond whereas dotted lines represents the hydrogen bond। dotted lines ਹਾਈਡਰੋਜਨ ਬੌਂਡ ਦੱਸਦੀਆਂ ਨੇ ਅਤੇ ਇਹ ਜਿਹੜੀਆਂ ਸੋਲਿਡ ਲਾਈਨ ਹੈ ਇੱਕ ਇੱਕ ਦੱਸੀ ਹੋਈ ਜਿਹੜੀ ਇਹ ਕੋਵੈਲੈਂਟ ਬੌਂਡ ਹੁੰਦਾ। ਸੋ ਦਿਸ ਇਜ਼ ਹਾਈਡਰੋਜਨ ਬੌਂਡ। ਬਹੁਤ ਇੰਪੋਰਟੈਂਟ ਟੌਪਿਕ ਹੈ ਇਹ ਹਾਈਡਰੋਜਨ ਬੌਂਡ ਵਾਲਾ। ਇਸ 'ਤੇ ਬੇਸਡ ਅੱਗੇ ਜਾ ਕੇ +1 ਦੇ ਵਿੱਚ ਵੀ +2 ਦੇ ਵਿੱਚ ਵੀ ਬਹੁਤ ਸਾਰੇ ਟੌਪਿਕ ਆਉਂਦੇ ਆ, ਬਹੁਤ ਸਾਰੇ ਕੁਐਸਚਨ ਜਿਹੜੇ ਆ ਇਹਦੇ ਨਾਲ ਸੋਲਵ ਕੀਤੇ ਜਾਂਦੇ ਆ ਹਾਈਡਰੋਜਨ ਬੌਂਡ ਦੇ ਦੁਆਰਾ। ਸੋ ਇਹ ਤੁਸੀਂ ਸਾਰਿਆਂ ਨੇ ਦਿਮਾਗ ਦੇ ਵਿੱਚ ਰੱਖਣਾ ਆਪਣੇ। ਨੈਕਸਟ ਫਿਰ ਇੱਕ ਕੁਐਸਚਨ ਆ ਜਾਂਦਾ ਸਾਡੇ ਕੋਲ, ਵਿਚ ਬੌਂਡ ਇਜ਼ ਸਟਰੋਂਗਰ। ਕਹਿੰਦੇ ਕਿਹੜਾ ਬੌਂਡ ਸਟਰੋਂਗ ਹੁੰਦਾ ਹੈ, ਆ ਕੋਵੈਲੈਂਟ ਬੌਂਡ ਔਰ ਆ ਹਾਈਡਰੋਜਨ ਬੌਂਡ। ਮਤਲਬ ਕੋਵੈਲੈਂਟ ਬੌਂਡ ਅਤੇ ਹਾਈਡਰੋਜਨ ਬੌਂਡ ਦੋਨਾਂ ਦੇ ਵਿੱਚੋਂ ਕਿਹੜਾ ਬੌਂਡ ਜਿਹੜਾ ਉਹ ਸਟਰੋਂਗ ਹੁੰਦਾ ਹੈ, ਔਰ ਵਟ ਇਜ਼ ਦਾ ਸਟਰੈਂਥ ਆਫ ਏ ਹਾਈਡਰੋਜਨ ਬੌਂਡ। ਜਾਂ ਫਿਰ ਇਸ ਤਰ੍ਹਾਂ ਵੀ ਇਸ ਕੁਐਸਚਨ ਨੂੰ ਲਿਖਿਆ ਜਾ ਸਕਦਾ ਕਿ ਹਾਈਡਰੋਜਨ ਬੌਂਡ ਦੀ ਸਟਰੈਂਥ ਕਿੰਨੀ ਕੁ ਹੁੰਦੀ ਹੈ। ਸੋ ਨੋਰਮਲ 'ਚ ਵੈਸੇ ਤੁਹਾਨੂੰ ਦੱਸ ਦਿੰਦਾ, ਹਾਈਡਰੋਜਨ ਬੌਂਡ ਤੁਸੀਂ ਪੜ੍ਹਿਆ ਸਿਰਫ ਅਟਰੈਕਸ਼ਨ ਦੇ ਨਾਲ ਬਣਦਾ ਹੈ, ਜਦ ਕਿ ਕੋਵੈਲੈਂਟ ਬੌਂਡ ਜਿਹੜਾ ਉਹਦੇ ਵਿੱਚ ਤਾਂ ਆਪਸ 'ਚ ਇੱਕ ਦੂਜੇ ਦੇ ਨਾਲ ਜਿਹੜੇ ਇਲੈਕਟ੍ਰੋਨਸ ਹੈ ਸ਼ੇਅਰ ਕੀਤੇ ਹੁੰਦੇ ਆ। ਜਿੱਥੇ ਸ਼ੇਅਰਿੰਗ ਹੁੰਦੀ ਹੈ ਇਲੈਕਟ੍ਰੋਨਸ ਦੀ, ਉੱਥੇ ਸਟਰੈਂਥ ਜਿਹੜੀ ਹੈ ਬੌਂਡ ਦੀ ਜ਼ਿਆਦਾ ਹੁੰਦੀ ਹੈ ਨੋਰਮਲ ਦੇ ਵਿੱਚ। ਜਿੱਥੇ ਅਟਰੈਕਸ਼ਨ ਹੈ ਉਹ ਅਟਰੈਕਸ਼ਨ ਘੱਟ ਵੀ ਸਕਦੀ ਹੈ, ਵੱਧ ਵੀ ਸਕਦੀ ਹੈ, ਬਟ ਜਿੱਥੇ ਬੌਂਡ ਬਣਿਆ ਹੋਇਆ ਆਪਸ ਦੇ ਵਿੱਚ ਕਿ ਆਪਸ 'ਚ ਇਲੈਕਟ੍ਰੋਨਸ ਸ਼ੇਅਰ ਕੀਤੇ ਹੋਏ ਆ, ਉੱਥੇ ਅਟਰੈਕਸ਼ਨ ਜਿਹੜੀ ਆ ਉਹ ਘਟਦੀ ਨਹੀਂ ਹੈ, ਉੱਥੇ ਬੌਂਡ ਦੀ ਸਟਰੈਂਥ ਜ਼ਿਆਦਾ ਰਹਿੰਦੀ ਹੈ ਹਮੇਸ਼ਾ। ਸੋ ਇੱਥੇ ਲਿਖਿਆ ਹੋਇਆ, ਹਾਈਡਰੋਜਨ ਬੌਂਡ ਇਜ਼ ਮੱਚ ਵੀਕਰ ਦੈਨ ਏ ਕੋਵੈਲੈਂਟ ਬੌਂਡ। ਹਾਈਡਰੋਜਨ ਬੌਂਡ ਜਿਹੜਾ ਹੈ ਉਹ ਕੋਵੈਲੈਂਟ ਬੌਂਡ ਤੋਂ ਬਹੁਤ ਜ਼ਿਆਦਾ ਵੀਕ ਹੁੰਦਾ ਹੈ। ਦ ਸਟਰੈਂਥ ਆਫ ਹਾਈਡਰੋਜਨ ਬੌਂਡ ਰੇਂਜਸ ਫਰੋਮ 10 to 40 ਕਿਲੋਜਾਊਲ ਪਰ ਮੋਲ। ਇੱਕ ਹਾਈਡਰੋਜਨ ਬੌਂਡ ਦੀ ਨੋਰਮਲ ਜਿਹੜੀ ਰੇਂਜ ਹੁੰਦੀ ਹੈ, ਸਟਰੈਂਥ ਹੁੰਦੀ ਹੈ, ਉਹ 10 ਤੋਂ ਲੈ ਕੇ 40 ਕਿਲੋਜਾਊਲ ਤੱਕ ਹੁੰਦੀ ਹੈ। ਬਟ ਦਾ ਸਟਰੈਂਥ ਆਫ ਏ ਨਾਰਮਲ ਕੋਵੈਲੈਂਟ ਬੌਂਡ ਇਜ਼ ਆਫ ਦਾ ਆਰਡਰ ਆਫ 400 ਕਿਲੋਜਾਊਲ ਪਰ ਮੋਲ। ਪਰ ਇੱਕ ਨੋਰਮਲ ਜਿਹਾ ਵੀ ਜਿਹੜਾ ਕੋਵੈਲੈਂਟ ਬੌਂਡ ਹੈ, ਕਹਿੰਦੇ ਉਹਦੀ ਵੀ ਸਟਰੈਂਥ ਜਿਹੜੀ ਹੈ ਉਹਦੀ ਨੋਰਮਲ ਰੇਂਜ 400 ਕਿਲੋਜਾਊਲ ਤੱਕ ਹੁੰਦੀ ਹੈ। ਇਨ ਏ ਕੋਵੈਲੈਂਟ ਬੌਂਡ ਆਫ HF, ਕਹਿੰਦੇ ਜਿਹੜਾ HF ਦਾ ਕੋਵੈਲੈਂਟ ਬੌਂਡ ਬਣਿਆ ਹੋਇਆ, ਦ ਬੌਂਡ ਲੈਂਥ ਇਜ਼ 109 ਪੀਕੋਮੀਟਰ। ਜੋ ਤੁਸੀਂ ਇੱਥੇ ਪੜ੍ਹਿਆ ਕਿ HF ਜਿਹੜਾ ਮੋਲੀਕਿਊਲ ਹੈ ਇਹਦੇ 'ਚ ਜਿਹੜੀ ਬੌਂਡ ਲੈਂਥ ਹੈ ਇੱਥੇ ਇਹ ਬਣੀ ਹੋਈ ਹੈ ਕੋਵੈਲੈਂਟ ਬੌਂਡ ਦੀ, ਉਹ ਬੌਂਡ ਲੈਂਥ ਬੜੀ ਘੱਟ ਹੁੰਦੀ ਹੈ, 109 ਪੀਕੋਮੀਟਰ ਦੀ ਹੁੰਦੀ ਹੈ। ਬਟ ਇਨ ਕੇਸ ਆਫ ਹਾਈਡਰੋਜਨ ਬੌਂਡ ਦਾ ਬੌਂਡ ਲੈਂਥ ਇਜ਼ 155 ਪੀਕੋਮੀਟਰ। ਪਰ ਜਿਹੜਾ ਇਹ
ਆ ਫਲੋਰੀਨ ਤੇ ਹਾਈਡਰੋਜਨ ਦੇ ਵਿਚਕਾਰ ਇਹ ਜਿਹੜਾ ਹਾਈਡਰੋਜਨ ਬੌਂਡ ਬਣਿਆ ਹੋਇਆ, ਇਹਦੀ ਬੌਂਡ ਲੈਂਥ ਜ਼ਿਆਦਾ ਹੁੰਦੀ ਹੈ, 155 ਪੀਕੋਮੀਟਰ ਹੁੰਦੀ ਹੈ। ਦੇਅਰਫੋਰ ਮਤਲਬ ਜਿੰਨੀ ਜ਼ਿਆਦਾ ਬੌਂਡ ਲੈਂਥ ਹੈ, ਇਹਦਾ ਮਤਲਬ ਉਹਨਾਂ ਬੌਂਡ ਜਿਹੜਾ ਉਹ ਵੀਕ ਹੁੰਦਾ ਹੈ। ਦੇਅਰਫੋਰ ਅ ਕੋਵਲੈਂਟ ਬੌਂਡ ਇਜ਼ ਸਟਰੋਂਗਰ ਦੈਨ ਅ ਹਾਈਡਰੋਜਨ ਬੌਂਡ। ਇਸ ਕਰਕੇ ਕੋਵਲੈਂਟ ਬੌਂਡ ਕਹਿੰਦੇ ਜਿਹੜਾ ਉਹ ਹਾਈਡਰੋਜਨ ਬੌਂਡ ਤੋਂ ਸਟਰੋਂਗ ਹੁੰਦਾ ਹੈ। ਅਤੇ ਨੈਕਸਟ ਇੱਕ ਹੋਰ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੋ ਅਕਸਰ ਪੇਪਰਾਂ ਦੇ ਵਿੱਚ ਵੀ ਆਉਂਦਾ ਹੈ, ਵਾਈ ਆਈਸ ਇਜ਼ ਲਾਈਟਰ ਦੈਨ ਵਾਟਰ। ਆਈਸ ਬਰਫ਼ ਜਿਹੜੀ ਹੈ ਉਹ ਪਾਣੀ ਤੋਂ ਹਲਕੀ ਕਿਉਂ ਹੁੰਦੀ ਹੈ, ਜਾਂ ਇਸ ਕੁਐਸਚਨ ਨੂੰ ਇਸ ਤਰ੍ਹਾਂ ਵੀ ਲਿਖਿਆ ਹੋਇਆ, ਔਰ ਵਾਈ ਆਈਸ ਫਲੋਟਸ ਓਵਰ ਵਾਟਰ, ਕਿ ਜਿਹੜੀ ਬਰਫ਼ ਹੈ ਉਹ ਪਾਣੀ ਦੇ ਉੱਪਰ ਤੈਰਦੀ ਕਿਉਂ ਰਹਿੰਦੀ ਹੈ। ਤੁਸੀਂ ਦੇਖ ਸਕਦੇ ਆ ਘਰਾਂ ਦੇ ਵਿੱਚ ਇਹ ਕਰਕੇ ਕਿ ਪਾਣੀ ਲੈ ਲਓ ਕਿਸੇ ਬਰਤਨ ਦੇ ਵਿੱਚ, ਬਰਫ਼ ਦਾ ਟੁਕੜਾ ਲੈ ਲਓ, ਤੁਸੀਂ ਦੇਖਦੇ ਆ ਸੋਲਿਡ ਹੈ ਬਰਫ਼ ਜਿਹੜੀ ਹੈ, ਪਾਣੀ ਲਿਕੁਇਡ ਹੁੰਦਾ, ਬਰਫ਼ ਤੁਸੀਂ ਪਾ ਦਿਓ ਤਾਂ ਬਰਫ਼ ਉੱਪਰ ਤੈਰਦੀ ਰਹਿੰਦੀ ਹੈ, ਕਦੇ ਵਿੱਚ ਨਹੀਂ ਡੁੱਬਦੀ ਜਾ ਕੇ ਕਿ ਹਾਂ ਕਿ ਨੀਚੇ ਚਲੀ ਗਈ ਬਰਫ਼ ਜਿਹੜੀ ਹੈ। ਕਰਕੇ ਦੇਖ ਲਿਓ ਬੇਸ਼ੱਕ, ਹੁਣ ਦੇਖਣ ਨੂੰ ਤਾਂ ਸੋਲਿਡ ਚੀਜ਼ ਹੈ ਉਹ, ਪਰ ਫਿਰ ਵੀ ਉਹ ਪਾਣੀ ਦੇ ਉੱਪਰ ਤੈਰਦੀ ਰਹਿੰਦੀ ਹੈ, ਕਿਉਂ? ਇਹ ਬੜਾ ਇੰਪੋਰਟੈਂਟ ਕੁਐਸਚਨ ਹੈ, ਆਪਾਂ ਇੱਥੇ ਡਿਸਕਸ ਕਰਾਂਗੇ। ਲਿਖਿਆ ਹੋਇਆ, ਐਕਸ-ਰੇ ਸਟੱਡੀਜ਼ ਹੈਵ ਸ਼ੋਨ ਦੈਟ ਇਨ ਆਈਸ each oxygen atom is tetrahedrally surrounded by 4 hydrogen atoms, 2 by covalent bond and 2 by hydrogen bonds। ਐਕਸ-ਰੇਜ਼ ਕਹਿੰਦੇ ਫਾਲ ਕਰਵਾਈਆਂ ਗਈਆਂ ਆਈਸ ਦੇ ਉੱਪਰ, ਆਈਸ ਦੇ ਉੱਪਰ ਐਕਸ-ਰੇਜ਼ ਪਾਈਆਂ ਗਈਆਂ, ਤਾਂ ਉਹਦੇ ਤੋਂ ਇਹ ਚੀਜ਼ ਪਤਾ ਚੱਲੀ ਕਿ ਆਈਸ ਦੇ ਵਿੱਚ ਜਿਹੜੀ ਹਰ ਇੱਕ ਆਕਸੀਜਨ ਐਟਮ ਹੈ ਜਿਹੜਾ, ਉਹਦੇ ਆਲੇ ਦੁਆਲੇ 4-4 ਹਾਈਡਰੋਜਨ ਐਟਮ ਜਿਹੜੇ ਆ ਉਹ ਟੈਟਰਾਹੈਡਰਲੀ ਪ੍ਰੈਜ਼ੈਂਟ ਹੁੰਦੇ ਆ। 2 ਹਾਈਡਰੋਜਨ ਐਟਮ ਨੇ ਆਕਸੀਜਨ ਦੇ ਨਾਲ ਕੋਵੈਲੈਂਟ ਬੌਂਡ ਬਣਾਏ ਹੁੰਦੇ ਆ, ਅਤੇ 2 ਨੇ ਹਾਈਡਰੋਜਨ ਬੌਂਡ ਬਣਾਏ ਹੁੰਦੇ ਆ। ਸਟਰਕਚਰ ਇੱਥੇ ਆ ਦੱਸੀ ਹੋਈ ਹੈ ਕਿ ਆਹ ਸਾਡੇ ਕੋਲ ਆਈਸ ਦੀ ਸਟਰਕਚਰ ਇਸ ਤਰ੍ਹਾਂ ਹੁੰਦੀ ਹੈ, ਇਸ ਤਰ੍ਹਾਂ ਓਪਨ ਕੇਜ ਸਟਰਕਚਰ ਕਹਿ ਦਿੰਦੇ ਆਪਾਂ, ਇੱਕ ਖੁੱਲ੍ਹਾ ਜਿਹਾ ਪਿੰਜਰਾ ਜਿਹੜਾ, ਇਹੋ ਜਿਹੀ ਬਹੁਤ ਜ਼ਿਆਦਾ ਵੀਕੈਂਟ ਸਪੇਸ ਹੁੰਦੀ ਹੈ ਇਹਦੇ ਵਿੱਚ, ਆਈਸ ਦੇ ਵਿੱਚ। ਦੇਖਣ ਨੂੰ ਇਸ ਤਰ੍ਹਾਂ ਨਹੀਂ ਨਜ਼ਰ ਆਉਂਦੀ, ਜਦ ਆਈਸ ਦੇ ਉੱਪਰ ਐਕਸ-ਰੇਜ਼ ਫਾਲ ਕਰਵਾਈਆਂ ਜਾਂਦੀਆਂ ਫਿਰ ਨਜ਼ਰ ਆਉਂਦਾ ਕਿ ਇਸ ਤਰ੍ਹਾਂ ਆਹ ਵਾਟਰ ਮੋਲੀਕਿਊਲ ਹੈ, ਆਕਸੀਜਨ, ਇੱਧਰ ਹਾਈਡਰੋਜਨ, ਇੱਧਰ ਹਾਈਡਰੋਜਨ, ਇੱਕ ਵਾਟਰ ਮੋਲੀਕਿਊਲ ਹੋ ਗਿਆ। ਆਹ ਦੂਜਾ ਵਾਟਰ ਮੋਲੀਕਿਊਲ ਹੈ, ਨਾਲ ਆਕਸੀਜਨ, ਹਾਈਡਰੋਜਨ, ਇਹ ਹਾਈਡਰੋਜਨ। ਇੱਕ ਐਲੀਮੈਂਟ ਦਾ, ਇੱਕ ਮੋਲੀਕਿਊਲ ਦਾ ਇਲੈਕਟ੍ਰੋਨੈਗੇਟਿਵ ਐਲੀਮੈਂਟ, ਦੂਜੇ ਮੋਲੀਕਿਊਲ ਦਾ ਹਾਈਡਰੋਜਨ, ਇਹਨਾਂ 'ਚ ਆਪਸ 'ਚ ਫਿਰ ਹਾਈਡਰੋਜਨ ਬੌਂਡ ਬਣ ਜਾਂਦਾ ਹੈ। ਇਸੇ ਤਰ੍ਹਾਂ ਇਹ ਆਕਸੀਜਨ ਹੈ, ਇੱਧਰ ਦੂਜਾ ਸਾਡੇ ਕੋਲ ਵਾਟਰ ਮੋਲੀਕਿਊਲ ਹੈ, ਇਹਦਾ ਹਾਈਡਰੋਜਨ, ਇਹਦਾ ਆਕਸੀਜਨ, ਇਹਨਾਂ 'ਚ ਵੀ ਇਲੈਕਟ੍ਰੋਨੈਗੇਟਿਵ ਇਹਨਾਂ 'ਚ ਵੀ ਆਪਸ 'ਚ ਅਟਰੈਕਟਿਵ ਫੋਰਸ ਦੇ ਨਾਲ ਹਾਈਡਰੋਜਨ ਬੌਂਡ ਬਣ ਜਾਂਦਾ। ਸੋ ਇਸ ਤਰ੍ਹਾਂ ਇੱਕ ਆਕਸੀਜਨ ਦੇ ਸਰਾਊਂਡਡ 4-4 ਹਾਈਡਰੋਜਨ ਹੁੰਦੇ ਆ। 2 ਹਾਈਡਰੋਜਨ ਆ ਜਿਹੜੇ ਸੋਲਿਡ ਬੌਂਡ ਬਣਾਏ ਹੋਏ ਆ, ਇਹ ਕੋਵੈਲੈਂਟ ਬੌਂਡ ਹੈ, ਅਤੇ ਆਹ 2 ਹਾਈਡਰੋਜਨ ਜਿਹੜੇ ਆ ਇਹ ਹਾਈਡਰੋਜਨ ਬੌਂਡ ਦੇ ਨਾਲ ਅਟੈਚ ਹੋਏ ਹੋਏ ਹੁੰਦੇ ਆ। ਹਰ ਇੱਕ ਕੇਸ 'ਚ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਆ ਕਿ ਆਕਸੀਜਨ ਦੇ ਸਰਾਊਂਡਡ 2 ਸੋਲਿਡ ਲਾਈਨ ਹੈ, 2 ਡਾਟਡ ਲਾਈਨ ਦੇ ਨਾਲ ਹਾਈਡਰੋਜਨ ਆਪਸ 'ਚ ਅਟੈਚ ਹੋਏ ਹੋਏ ਆ, ਸਾਰਿਆਂ 'ਚ ਤੁਸੀਂ ਦੇਖ ਸਕਦੇ ਆ। ਇਹ ਸਟਰਕਚਰ ਬੁੱਕ 'ਚ ਹੈ, ਬਿਲਕੁਲ ਚੰਗੀ ਤਰ੍ਹਾਂ ਦਿੱਤੀ ਹੋਈ, ਤੁਸੀਂ ਬਣਾਉਣੀ ਹੈ ਇਹ। ਅਤੇ ਇਹਦੇ 'ਚ ਫਿਰ ਇਹ ਚੀਜ਼ ਦੱਸੀ ਗਈ ਹੈ ਕਿ ਜਿਹੜਾ ਹਾਈਡਰੋਜਨ ਦਾ ਆਕਸੀਜਨ ਦੇ ਨਾਲ ਕੋਵੈਲੈਂਟ ਬੌਂਡ ਹੈ, ਉਹ ਬੌਂਡ ਲੈਂਥ ਘੱਟ ਹੁੰਦੀ ਹੈ, 1 ਐਂਗਸਟ੍ਰੋਂਗ, ਅਤੇ ਜਿਹੜੀ ਆਕਸੀਜਨ ਦਾ ਹਾਈਡਰੋਜਨ ਦੇ ਨਾਲ ਹਾਈਡਰੋਜਨ ਬੌਂਡ ਬਣਿਆ ਹੁੰਦਾ, ਉਹ ਬੌਂਡ ਲੈਂਥ ਜ਼ਿਆਦਾ ਹੁੰਦੀ ਹੈ, 1.76 ਐਂਗਸਟ੍ਰੋਂਗ। ਸੋ ਇਸ ਤਰ੍ਹਾਂ ਇਹ ਆਹ ਡਿਸਟੈਂਸ ਜ਼ਿਆਦਾ ਹੋਣ ਦੇ ਕਰਕੇ, ਇਸ ਤਰ੍ਹਾਂ ਆਪਸ 'ਚ ਟੈਟਰਾਹੈਡਰਲ ਸਟਰਕਚਰ ਬਣਾਉਣ ਦੇ ਕਰਕੇ ਜਿਹੜੀ ਆਈਸ ਹੈ ਉਹਦੇ ਵਿੱਚ ਇਸ ਤਰ੍ਹਾਂ ਵੇਕੈਂਟ ਸਪੇਸਿਸ ਬਚ ਜਾਂਦੀਆਂ, ਖਾਲੀ ਥਾਵਾਂ। ਇਸ ਤਰ੍ਹਾਂ ਆਹ ਦੇਖੋ ਕਿੰਨੀਆਂ ਵੇਕੈਂਟ ਸਪੇਸਿਸ, ਚਲੋ ਇਹ ਤਾਂ ਬਹੁਤ ਵੱਡੀਆਂ ਬਣਾਈਆਂ ਹੋਈਆਂ, ਇੰਨੀਆਂ ਨਹੀਂ ਹੁੰਦੀਆਂ, ਮਤਲਬ ਸਮੋਲ ਹੁੰਦੀਆਂ ਨੇ ਵੇਕੈਂਟ ਸਪੇਸਿਸ। ਸੋ ਇਹਨਾਂ ਵੇਕੈਂਟ ਸਪੇਸਿਸ ਦੇ ਕਰਕੇ ਹੀ ਫਿਰ ਜੋ ਆਈਸ ਹੈ ਉਹਦੀ ਡੈਂਸਿਟੀ ਜੋ ਹੈ ਉਹ ਘਟ ਜਾਂਦੀ ਹੈ ਵਾਟਰ ਦੇ ਨਾਲੋਂ, ਜਦਕਿ ਵਾਟਰ ਦੇ ਵਿੱਚ ਸਾਰੇ ਜਿਹੜੇ ਹਾਈਡਰੋਜਨ ਅਤੇ ਆਕਸੀਜਨ ਜਿਹੜੇ ਉਹ ਆਪਸ 'ਚ ਬਿਲਕੁਲ ਕਲੋਜ਼ਲੀ ਪੈਕਡ ਹੁੰਦੇ ਆ। ਬਟ ਇਸ ਤਰ੍ਹਾਂ ਆਪਸ 'ਚ ਹਾਈਡਰੋਜਨ ਬੌਂਡ ਬਣਨ ਦੇ ਕਰਕੇ ਆਈਸ ਦੇ ਵਿੱਚ ਜੋ ਹੈ ਵੇਕੈਂਟ ਸਪੇਸ ਜ਼ਿਆਦਾ ਕ੍ਰੀਏਟ ਹੋ ਜਾਂਦੀ ਹੈ, ਜਿਹਦੇ ਕਰਕੇ ਆਈਸ ਦੀ ਡੈਂਸਿਟੀ ਘਟ ਜਾਂਦੀ ਹੈ ਅਤੇ ਫਿਰ ਇਹ ਪਾਣੀ ਦੇ ਉੱਪਰ ਤੈਰਨਾ ਸ਼ੁਰੂ ਕਰ ਦਿੰਦੀ ਹੈ। ਸੋ ਅੱਗੇ ਲਿਖਿਆ ਹੋਇਆ, ਇਨ ਕੋਵੈਲੈਂਟ ਬੌਂਡ the hydrogen atom lies closer to oxygen at a distance of 1 angstrom। ਕਹਿੰਦੇ ਕੋਵੈਲੈਂਟ ਬੌਂਡ ਜਿਹੜਾ ਬਣਿਆ ਹੁੰਦਾ ਹਾਈਡਰੋਜਨ ਦਾ ਆਕਸੀਜਨ ਦੇ ਨਾਲ, ਉੱਥੇ ਜੋ ਬੌਂਡ ਹੈ ਉਹ 1 ਐਂਗਸਟ੍ਰੋਂਗ ਦੇ ਡਿਸਟੈਂਸ 'ਤੇ ਬਣਿਆ ਹੋਇਆ। ਬਟ ਇਨ ਹਾਈਡਰੋਜਨ ਬੌਂਡ ਦਾ ਹਾਈਡਰੋਜਨ ਲਾਈਜ਼ ਅਵੇ ਫਰੋਮ ਦਾ ਆਕਸੀਜਨ ਐਟ ਏ ਡਿਸਟੈਂਸ ਆਫ 1.76 ਐਂਗਸਟ੍ਰੋਂਗ। ਸੋ ਦੂਜੇ ਪਾਸੇ ਜਿਹੜਾ ਹਾਈਡਰੋਜਨ ਬੌਂਡ ਹੈ ਉਹਦੇ ਵਿੱਚ ਆਕਸੀਜਨ ਅਤੇ ਹਾਈਡਰੋਜਨ 'ਚ ਜਿਹੜੀ ਦੂਰੀ ਹੁੰਦੀ ਹੈ ਉਹ 1.76 ਐਂਗਸਟ੍ਰੋਂਗ ਹੁੰਦੀ ਹੈ। ਅਤੇ ਫਿਰ ਤੁਸੀਂ ਇਹ ਸਟਰਕਚਰ ਬਣਾ ਲੈਣੀ, ਦੇਖ ਲਓ ਇੱਥੇ ਬਿਲਕੁਲ ਚੰਗੀ ਤਰ੍ਹਾਂ, ਬੁੱਕ ਦੇ ਵਿੱਚ ਵੀ ਹੈ ਇਹ ਸਟਰਕਚਰ, ਬੁੱਕ 'ਚ ਤੁਸੀਂ ਦੇਖ ਸਕਦੇ ਇਹਨੂੰ। ਅਤੇ ਸਟਰਕਚਰ ਬਣਾਉਣ ਤੋਂ ਬਾਅਦ ਫਿਰ ਆਪਾਂ ਲਿਖਣਾ ਹੈ
Because of the tetrahedral arrangement of water molecule in solid state, the ice structure extends in 3 dimensions. ਕਿਉਂਕਿ ਕਹਿੰਦੇ ਵਾਟਰ ਮੋਲੀਕਿਊਲ ਦੀ ਜਦੋਂ ਟੈਟਰਾਹੈਡਰਲ ਅਰੇਂਜਮੈਂਟ ਬਣ ਜਾਂਦਾ ਹੈ ਸੋਲਿਡ ਸਟੇਟ ਦੇ ਵਿੱਚ ਆਈਸ ਦੇ ਵਿੱਚ, ਤਾਂ ਉਸ ਸਮੇਂ ਜਿਹੜੀ ਆਈਸ ਹੈ ਉਹਦੀ ਸਟਰਕਚਰ ਐਕਸਟੈਂਡ ਹੋ ਜਾਂਦੀ ਹੈ 3 ਡਾਇਮੈਂਸ਼ਨਸ ਦੇ ਵਿੱਚ ਆਲੇ ਦੁਆਲੇ ਨੂੰ। ਸੋ ਜਿਵੇਂ ਤੁਹਾਨੂੰ ਦੱਸਿਆ ਕਿ ਵੇਕੈਂਟ ਸਪੇਸਿਸ ਜ਼ਿਆਦਾ ਕ੍ਰੀਏਟ ਹੋ ਜਾਂਦੀਆਂ, because in ice the oxygen is attached to 2 hydrogen by hydrogen bonds, so they have large distances in between them। ਕਿਉਂਕਿ ਕਹਿੰਦੇ ਜਿਹੜੇ ਹਾਈਡਰੋਜਨ ਬੌਂਡ ਹੁੰਦੇ ਆ ਉਹਨਾਂ ਦੇ ਵਿੱਚ ਡਿਸਟੈਂਸ ਜ਼ਿਆਦਾ ਹੁੰਦਾ ਤੇ ਜਿਹਦੇ ਕਰਕੇ ਆਈਸ ਦੇ ਵਿੱਚ ਵੇਕੈਂਟ ਸਪੇਸਿਸ ਜਿਹੜੀਆਂ ਉਹ ਜ਼ਿਆਦਾ ਕ੍ਰੀਏਟ ਹੋ ਜਾਂਦੀਆਂ, ਡਿਸਟੈਂਸ ਜ਼ਿਆਦਾ ਹੋ ਜਾਂਦਾ ਐਟਮਸ ਦੇ ਵਿੱਚ, ਐਂਡ ਦੇਅਰ ਆਰ ਵੇਕੈਂਟ ਸਪੇਸਿਸ ਇਨ ਦਾ ਕ੍ਰਿਸਟਲ ਆਫ ਆਈਸ। ਤੇ ਫਿਰ ਆਈਸ ਦੀ ਕ੍ਰਿਸਟਲ ਦੇ ਵਿੱਚ ਵੇਕੈਂਟ ਸਪੇਸਿਸ ਬਣ ਜਾਂਦੀਆਂ ਨੇ। ਸੋ ਦਾ ਡੈਂਸਿਟੀ ਆਫ ਆਈਸ ਇਜ਼ ਲੈਸ ਦੈਨ ਦੈਟ ਆਫ ਵਾਟਰ, ਜਿਹਦੇ ਕਰਕੇ ਆਈਸ ਦੀ ਜਿਹੜੀ ਡੈਂਸਿਟੀ ਹੈ ਉਹ ਵਾਟਰ ਤੋਂ ਘਟ ਜਾਂਦੀ ਹੈ। ਦੇਅਰਫੋਰ ਇਟ ਫਲੋਟਸ ਓਵਰ ਵਾਟਰ, ਜਿਹਦੇ ਕਰਕੇ ਫਿਰ ਇਹ ਪਾਣੀ ਦੇ ਉੱਪਰ ਤੈਰਨਾ ਸ਼ੁਰੂ ਕਰ ਦਿੰਦੀ ਹੈ। ਸੋ ਇਹ ਸੀ ਤੁਹਾਡਾ ਇਸ ਚੈਪਟਰ ਦਾ ਲਾਸਟ ਟੌਪਿਕ, ਜਿਹਦੇ ਨਾਲ ਤੁਹਾਡਾ ਇਹ 4th ਯੂਨਿਟ ਜਿਹੜਾ ਅੱਜ ਕੰਪਲੀਟ ਹੁੰਦਾ। ਅਤੇ ਨੈਕਸਟ ਤੁਹਾਡਾ ਆਪਾਂ 5th ਯੂਨਿਟ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ। ਥੈਂਕ ਯੂ।